वॉइस ऑफ पंजाब टीवी विच तुहाडा स्वागत है। जिथे एक पासे 2022 दियां विधान सभा चोणां नजदीक आ रही ने तां चुनावी वादियां दे दौर भी जो ने वो शुरू हो चुके ने। कल मुख्यमंत्री अरविंद केजरीवाल, दिल्ली के मुख्यमंत्री अरविंद केजरीवाल पंजाब आउण वाले ने। अध्यापकां दियां मंगां सुणन दे लई अध्यापकां दे नाल 8 वादे कीते सन तां अध्यापकां दे धरने दे विच शामिल होणगे। धरना जो कि पंजाब दी सरकार दे खिलाफ लगाया गया है उन्हां अध्यापकां वल्लों जिन्हां नूं जां तां पक्के नहीं कीता गया जां जिन्हां दी पे कमीशन नूं लैके जो शिकायतां ने उन्हां संबंधी जो धरना प्रदर्शन कर रहे ने। तां मुख्यमंत्री अरविंद केजरीवाल तां एक पासे पंजाब दे एजुकेशन सिस्टम ते सवाल चुकी रहे ने तां मनीष सिसोदिया भी लगातार सवाल चुक रहे सन। तां ट्वीट वॉर चल रही सी जिस नूं हुण विराम लगाउंदे होए प्रगट सिंह ने चैलेंज दिता है मनीष सिसोदिया नूं। उन्होंने कहा है कि तुसी आओ पंजाब अते डिबेट करो इस गल ते कि कुछ स्कूलों ते 10 स्कूलों ते कुछ करोड़ लगाने ठीक जां फिर सूबे दे हर स्कूल दे उपर खर्चा करके तकरीबन हर विद्यार्थी नूं सहूलतां देना ठीक। सो इन्हां गल्लां नूं लैके अज एक प्रेस कॉन्फ्रेंस भी की गई है। की कहा है प्रगट सिंह ने प्रेस कॉन्फ्रेंस दे विच की विचार ने उन्हां दे पंजाब दे सिस्टम नूं लैके आओ सुणदे हां। सब तो पहला तो मैं तुहानूं सारिआं नूं जी आ के ना धन्नवाद करदा कि तुसीं ਜਦੋਂ ਵੀ ਕੋਈ ਇਸ਼ੂ ਹੁੰਦਾ ਉਦੋਂ ਤੁਸੀਂ ਟਾਈਮ ਕੱਢਦੇ ਹੋ। ਖਾਸ ਕਰਕੇ ਐਜੂਕੇਸ਼ਨ ਦੀ ਗੱਲ ਹੋਈ ਹੈ ਤੇ ਵੈਸੇ ਤਾਂ ਮੈਂ ਇਦਾਂ ਦੇ ਬਹੁਤੇ ਝਮੇਲੇ 'ਚ ਸੱਚੀ ਗੱਲ ਹੈ ਪੈਂਦਾ ਨਹੀਂ, ਕਿਉਂਕਿ ਉਹਨਾਂ ਲੋਕਾਂ ਨੂੰ ਫਿਰ ਜ਼ਰੂਰ ਕਹਿਣਾ ਪੈਂਦਾ ਜਿਹੜੇ ਲੋਕ ਸਿਰਫ ਪਬਲਿਸਿਟੀ ਵਾਲਾ ਐਂਗਲ ਹੀ ਦੇਖਦੇ ਆ। वैसे तो क्योंकि जे स्कूलों का कंपैरिजन करिए साडे लगभग 19,000 स्कूल है ते दिल्ली दे केजरीवाल जी ना एक म्यूनसिपैलिटी चला रहे हैं। रियलिटी ये है ਤੇ ਉਹਨੂੰ ਕੰਪੇਅਰ ਇੱਕ ਸੂਬੇ ਨਾਲ ਕਰਨਾ ਔਰ ਸੂਬਾ ਵੀ ਉਹੋ ਜਿਹਾ ਜਿਹਦੇ ਵਿੱਚ क्योंकि बॉर्डर एरिया बहुत है, कंप्राइजेस ऑफ विलेजेस है चाचा फ्रेम है। और फिर मैं ये समझदा कि एक 10 स्कूलों दा सारे पैसे खर्च करके ते ਉਹਦੇ ਤੇ ਇੰਫਰਾਸਟ੍ਰਕਚਰ ਬਣਾ ਕੇ ਤੇ ਉਹਨੂੰ ਪਬਲਿਸਾਈਜ਼ ਕਰਕੇ ਇੱਕ ਗੱਲ ਜ਼ਰੂਰ ਮੈਂ ਸਮਝਦਾ ਕਿ ਜਿਹੜੀ ਪਬਲਿਸਿਟੀ ਆ ਸਾਡੇ ਖੇੜਾ ਸਾਹਿਬ ਨੇ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਆ क्योंकि 22 करोड़ तो 600 करोड़ ਤੇ ਪਬਲਿਸਿਟੀ ਵਾਲਾ ਜ਼ਰੂਰ ਐਂਗਲ ਉਹਨਾਂ ਨੇ ਕਵਰ ਕਰ ਲਿਆ, ਲੇਕਿਨ ਕਦੀ ਇਹ ਨਹੀਂ ਸੋਚਿਆ ਕਿ 19,000 ਸਕੂਲ ਦਾ ਜਿਹੜਾ ਦੇ ਨਾਲ ਜਿਹੜਾ ਕੰਪੈਰੀਜ਼ਨ ਕੀਤਾ ਨਹੀਂ ਜਾ ਸਕਦਾ। ਹਾਂ ਜੇ ਕਰਨਾ ਹੀ ਆ ਤੇ ਮੈਂ ਅੱਛਾ ਇਹ ਨਹੀਂ ਪਤਾ ਲੱਗਿਆ ਮੈਨੂੰ ਦਿੱਲੀ ਦੀ ਸਾਰੀ ਸਰਕਾਰ ਹੀ ਇਸ ਕੰਮ ਤੇ ਲੱਗੀ। ਅੱਛਾ ਕੇਜਰੀਵਾਲ ਜੀ ਵੀ ਸਿਸੋਦੀਆ ਜੀ ਵੀ ਕਿਉਂਕਿ ਸਿਆਣੇ ਬੰਦੇ ਆ। ਮੈਂ ਤਾਂ ਪੋਲੀਟੀਕਲ ਸਿਸਟਮ 'ਚ ਬਹੁਤਾ ਇਸ ਗੱਲ ਨੂੰ ਤਰਜੀਹ ਨਹੀਂ ਦਿੰਦਾ ਕਿਉਂਕਿ ਉਹਨਾਂ ਦੇ ਸਰਕਮਸਟੈਂਸਸ ਤੇ ਸਾਡੇ ਸਰਕਮਸਟੈਂਸਸ ਦੇ ਵਿੱਚ ਫਰਕ ਆ। ਅੱਛਾ ਉਹ ਹਮੇਸ਼ਾ ਦਿੱਲੀ ਨੂੰ ਪੰਜਾਬ ਨਾਲ ਕੰਪੇਅਰ ਕਰ ਲੈਂਦੇ ਆ ਵੀ ਦਿੱਲੀ ਨੂੰ ਪੰਜਾਬ ਨਾਲ ਕੰਪੇਅਰ ਕੀਤਾ ਨਹੀਂ ਜਾ ਸਕਦਾ ਕਿਉਂਕਿ ਪੰਜਾਬ ਦੇ ਵਿੱਚ ਆ। ਅੱਛਾ ਜੇ ਕਰਨਾ ਹੀ ਆ ਤਾਂ ਮੈਂ ਕਹਿੰਦਾ ਫਿਰ ਸਾਡਾ 250 ਸਕੂਲ ਅਸੀਂ ਕਰ ਲੈਂਦੇ ਆ ਜੋ ਜਿਹੜੇ ਨੇ ਵੀ ਕਿਸੇ ਨੇ ਆਉਣਾ। ਅੱਛਾ ਜਿਹੜਾ ਪੀਜੀਆਈ ਇੰਡੈਕਸ ਹੈ ਉਹਦੇ ਮੁਤਾਬਕ ਆ ਲੇਟੈਸਟ ਸਰਵੇ ਜਿਹੜਾ ਆਇਆ। ਅੱਛਾ ਇਹ ਤਾਂ ਉਹਨੂੰ ਪੁਰਾਣੇ ਨੂੰ ਯੂਜ਼ ਕਰ ਕਰਕੇ ਕਿਉਂਕਿ 10 ਸਕੂਲਾਂ ਦੀਆਂ ਫੋਟੋਆਂ ਪਾ ਕੇ। ਅੱਛਾ ਜੇ ਮੈਂ ਕਹਿੰਦਾ ਫਿਰ ਜੇ ਪੋਲੀਟੀਕਲ ਐਂਗਲ ਨੂੰ ਅੱਛਾ ਇਹ ਬਈ ਇਹਨਾਂ ਦੇ ਸਰਦਾਰ ਫੂਲਕਾ ਜੀ ਜਿਹੜੇ ਐਲਓਪੀ ਦੇ ਲੀਡਰ ਆਫ ਓਪੋਜੀਸ਼ਨ ਸੀ ਉਹਨਾਂ ਨੇ ਔਨ ਦਾ ਫਲੋਰ ਆਫ ਦਾ ਹਾਊਸ ਇਹ ਕਿਹਾ ਕਿ ਹਾਂ ਵੀ ਪੰਜਾਬ ਦੇ ਵਿੱਚ ਸਕੂਲਾਂ ਦੇ ਵਿੱਚ ਬਹੁਤ ਵਧੀਆ ਕੰਮ ਹੋਇਆ ਜਦੋਂ ਅਸੀਂ 1 ਨੰਬਰ ਤੇ ਆਏ। ਤੇ ਇਹਨਾਂ ਦੇ ਬਾਕੀ ਹੋਰ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੇ ਅੱਛਾ ਇਹ 4.5 ਸਾਲ ਕਿੱਥੇ ਸੀ। ਮੈਨੂੰ ਲੱਗਦਾ ਇਹਨਾਂ ਦੇ ਕਦੀ ਐਮਐਲਏ ਵੀ ਸਕੂਲਾਂ 'ਚ ਗਏ ਨਹੀਂ ਹੋਣੇ, ਕਿਤੇ ਦੇਖਿਆ ਤੱਕ ਵੀ ਨਹੀਂ। ਲੇਕਿਨ ਅਨਫੋਰਚੂਨੇਟਲੀ ਅੱਛਾ ਜੇ ਕਰਨਾ ਹੀ ਆ ਕੰਪੇਅਰ ਤੇ ਆਪਾਂ ਇੰਫਰਾਸਟ੍ਰਕਚਰ ਦਾ ਤੇ ਸਮਾਰਟ ਕਲਾਸਿਸ ਦਾ ਅੱਛਾ ਸਾਡਾ ਜਿਹੜਾ ਬਾਰਡਰ ਏਰੀਆ ਉਹਦਾ ਤੇ ਜੇ ਅਧਿਆਪਕਾਂ ਦੀ ਭਰਤੀ ਦਾ ਉਹਦਾ ਡਾਟਾ ਅੱਛਾ ਮੈਂ ਤੁਹਾਡੇ ਨਾਲ ਇਨਫੈਕਟ ਹੋਰ ਡਾਟਾ ਵੀ ਸ਼ੇਅਰ ਕਰ ਸਕਦਾ ਜੇ ਇਹਨਾਂ ਨੇ ਕਿਸੇ ਤਰ੍ਹਾਂ ਦਾ ਵੀ ਕੰਪੈਰੀਜ਼ਨ ਕਰਨਾ
ਸਾਡੀ ਇਹਨਾਂ ਦੇ 2767 ਸਕੂਲ ਆ, ਸਾਡੇ 19377 ਸਕੂਲ ਆ। ਔਰ ਇਹਨਾਂ ਦਾ ਡ੍ਰੌਪ ਆਊਟ ਰੇਟ ਜਿਹੜਾ ਆ ਸਾਡੇ ਪੰਜਾਬ ਦੇ ਵਿੱਚ ਅਪਰ ਪ੍ਰਾਇਮਰੀ ਦੇ ਵਿੱਚ ਬਿਲਕੁਲ 0% ਡ੍ਰੌਪ ਆਊਟ ਰੇਟ ਹੈ, ਜਦਕਿ ਇਹਨਾਂ ਦਾ 0.2% ਹੈ। ਔਰ ਇਦੋਂ ਵੀ ਜਿਹੜਾ ਖਾਸ ਕਰਕੇ ਇਹ ਜਿਹੜੇ ਟੀਚਰਸ ਦੀ ਗੱਲ ਕਰਦੇ ਆ, ਦਿੱਲੀ ਦੇ ਵਿੱਚ ਜਿਹੜੀ ਬੱਚੇ ਦੀ ਔਰ ਟੀਚਰ ਦੀ ਰੇਸ਼ੋ ਆ ਉਹ ਦਿੱਲੀ ਦੇ ਵਿੱਚ 32.27% ਹੈ, ਜਦਕਿ ਪੰਜਾਬ ਦੇ ਵਿੱਚ 25% ਹੈ। ਔਰ ਇਸੇ ਤਰ੍ਹਾਂ ਹੀ ਪ੍ਰਾਇਮਰੀ ਦੀ ਆ, ਇਸੇ ਤਰ੍ਹਾਂ ਸੈਕੰਡਰੀ ਦੀ ਆ, ਇਸੇ ਤਰ੍ਹਾਂ ਹਾਇਰ ਸੈਕੰਡਰੀ ਦੀ ਆ। ਔਰ ਮੈਂ ਤਾਂ ਇਸ ਗੱਲ ਤੇ ਹੈਰਾਨ ਆ, ਇਹਨੂੰ ਮੈਂ ਕਹਿੰਦਾ ਫਿਰ ਆਪਾਂ ਹੋਰ ਤਰ੍ਹਾਂ ਦੇਖ ਲਈਏ। ਜਿੰਨੇ NRI ਸੀ, ਜਿੰਨੇ ਇਹ ਪੈਸੇ ਪੰਜਾਬ ਤੋਂ ਪਿਛਲੀ ਵਾਰੀ ਠੱਗ ਕੇ ਲੈ ਕੇ ਗਏ, ਇਹ ਚਾਹੁੰਦੇ ਸੀਗੇ, ਇਹ ਤਾਂ ਇਹਨਾਂ ਨੇ ਸਟੇਟਮੈਂਟਾਂ ਵੀ ਦਿੱਤੀਆਂ ਵੀ ਹਾਂ ਵੀ ਅਸੀਂ ਇਹਦਾ ਕੱਲੀ ਪਾਈ ਦਾ ਹਿਸਾਬ ਕਿਤਾਬ ਦੇਵਾਂਗੇ। ਲੇਕਿਨ ਅੱਜ ਇਹ ਤਾਂ ਪਤਾ ਨਹੀਂ ਸਰਕਾਰ ਆਉਣ ਦੇ ਸੁਪਨੇ ਲੈਂਦੇ ਆ ਨਾ ਵੀ ਅਸੀਂ 1000 ਰੁਪਇਆ ਅਸੀਂ ਇੰਨਾ ਦੇ ਦਾਂਗੇ, ਅਸੀਂ ਇੰਨਾ ਦੇ ਦਾਂਗੇ। ਬਈ ਉਹ ਤਾਂ ਇਹਨਾਂ ਦਾ ਪਾਰਟੀ ਲੈਵਲ ਦਾ ਹਿਸਾਬ ਸੀਗਾ। ਉਹ ਸਾਰੇ NRIs ਨੂੰ ਇਹ ਦੇ ਦੇਣ, ਸਾਡੇ ਪੰਜਾਬ ਨੂੰ ਦੇ ਦੇਣ ਵੀ ਹਾਂ ਵੀ ਜੋ ਇਹ ਨਹੀਂ ਪੰਜਾਬ ਤੋਂ ਲੈ ਕੇ ਗਏ ਆ, ਇਹ ਉੱਥੇ ਤਾਂ ਕਹਿੰਦੇ ਸੀ ਵੀ ਅਸੀਂ ਪੰਜਾਬ ਦੇ ਵਿੱਚ ਇਹ ਪੈਸੇ ਲਾਵਾਂਗੇ। ਤੇ ਇਹਨਾਂ ਨੇ, ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਪੈਸੇ ਤਾਂ ਲਾਉਣ ਦੀ ਦੂਰ ਦੀ ਗੱਲ ਹੈ, ਉਹ ਪੈਸੇ ਗਏ ਕਿੱਥੇ ਨਹੀਂ ਅੱਜ ਤੱਕ ਹਿਸਾਬ ਤੱਕ ਨਹੀਂ ਦਿੱਤਾ। ਇਹ ਤਾਂ ਸਰਕਾਰ ਆਉਣ ਦੀ ਗੱਲ ਕਰਦੇ ਆ, ਪਾਰਟੀ ਦਾ ਕੰਮ ਸੀ। ਔਰ ਅਨਫੋਰਚੂਨੇਟਲੀ ਸਿਸੋਦੀਆ ਜੀ, ਕੇਜਰੀਵਾਲ ਜੀ, ਇਹਨਾਂ ਚੀਜ਼ਾਂ ਦੇ ਵਿੱਚ ਨਾ ਪਾਓ। ਇਹ ਕੋਈ ਬਹੁਤੀਆਂ ਚੰਗੀਆਂ ਨਹੀਂ ਹੈ। ਮੈਂ ਤੁਹਾਡੀ ਮਾਨਸਿਕਤਾ ਨੂੰ ਵੀ ਸਮਝਦਾ ਔਰ ਮੈਂ ਹਮੇਸ਼ਾ ਕਦੀ ਇਹਨਾਂ ਵਿਵਾਦ ਦੇ ਵਿੱਚ ਪੈਂਦਾ ਨਹੀਂ ਹੈ। ਠੀਕ ਹੈ, ਤੁਸੀਂ ਵੀ ਉੱਥੇ ਕੰਮ ਕਰ ਰਹੇ, ਆਪਣਾ ਕਰੋ, ਲੇਕਿਨ ਐਟ ਦਾ ਸੇਮ ਟਾਈਮ ਜਦੋਂ ਇਹਨੂੰ ਕੰਪੈਰੀਜ਼ਨ ਕਰਦੇ ਆ ਨਾ, ਤੇ ਜਿਹਦੇ ਆਪਣੇ ਘਰ ਦੇ ਜਿਹੜੇ ਸ਼ੀਸ਼ੇ ਦੇ ਹੁੰਦੇ ਆ ਨਾ, ਉਹ ਪੱਥਰ ਨਹੀਂ ਮਾਰਦੇ ਹੁੰਦੇ, ਕਿਉਂਕਿ ਤੁਹਾਡੇ ਤੇ ਕਿਸੇ ਦਾ ਵਿਸ਼ਵਾਸ ਹੀ ਹੈ ਨਹੀਂ ਪੰਜਾਬ ਦੇ ਵਿੱਚ। ਤਾਂ ਤੁਸੀਂ ਆਪਣਾ ਇੱਕ ਵੀ, ਤੁਹਾਨੂੰ ਪੰਜਾਬ ਨੇ 4 MP ਦਿੱਤੇ, ਅਸੈਸ ਕਰਨਾ ਚਾਹੀਦਾ। ਪੰਜਾਬ ਨੇ 4 MP ਦਿੱਤੇ ਔਰ ਉਹ ਵੀ ਇੰਟੈਲੀਜੈਂਟ MP। ਫੂਲਕਾ ਜੀ ਦਿੱਤੇ ਤੁਹਾਨੂੰ ਧਰਮਵੀਰ ਗਾਂਧੀ ਦਿੱਤੇ, ਔਰ ਮੈਨੂੰ ਨਹੀਂ ਲੱਗਦਾ ਵੀ ਤੁਹਾਨੂੰ ਕੋਈ ਸੂਟ ਕੀਤਾ ਹੋਵੇ, ਕਿਉਂਕਿ ਪੰਜਾਬ ਤਾਂ ਵੈਸੇ ਬੇਸਿਕਲੀ ਤੁਸੀਂ ਤਾਂ ਪੰਜਾਬ ਦੀ ਉੱਥੇ ਬਹਿ ਕੇ ਸੱਤਾ ਜਿਹੜੀ ਆ ਉਹ ਲੈਣਾ ਚਾਹੁੰਦੇ ਆ। ਅਦਰਵਾਈਜ਼ ਤੁਹਾਡਾ ਪੰਜਾਬ ਏਜੰਡਾ ਨਹੀਂ ਹੈ। ਪੰਜਾਬ ਦੀ ਤੁਸੀਂ ਗੱਲ ਨਹੀਂ ਕਰਦੇ, ਕਿਉਂਕਿ ਜਦੋਂ ਤੁਸੀਂ ਹਰਿਆਣਾ ਲੰਘ ਜਾਂਦੇ ਆ ਹੋਰ ਗੱਲ ਕਰਦੇ ਆ, ਜਦੋਂ ਤੁਸੀਂ ਹਰਿਆਣੇ ਤੋਂ ਇੱਧਰ ਆ ਜਾਂਦੇ ਆ ਹੋਰ ਗੱਲ ਕਰਦੇ ਆ। ਕਿਉਂਕਿ ਇਹ ਠੀਕ ਆ ਵੀ ਤੁਹਾਡਾ ਸਾਈਜ਼ ਜਿਹੜਾ 38 ਦਾ ਆ, ਤੁਸੀਂ 42 ਦੀ ਸ਼ਰਟ ਪਾ ਕੇ ਆ ਜਾਂਦੇ ਵੀ ਹਾਂ ਵੀ ਇਹ ਬਹੁਤ ਸ਼ਰੀਫ ਬੰਦਾ ਆ। ਏਦਾਂ ਦੀ ਕੋਈ ਗੱਲ ਨਹੀਂ ਹੈ। ਔਰ ਏਦਾਂ ਦੀ ਬੇਸਿਕਲੀ ਦੇਖੋ ਹੁਣ ਹੋਇਆ ਕੀ ਆ ਪਿਛਲੇ ਸਮੇਂ ਦੇ ਵਿੱਚ ਲੋਕਾਂ ਦੇ ਵਿੱਚ ਡੈਫਿਸਿਟ ਆ ਗਿਆ ਲੀਡਰਾਂ ਪ੍ਰਤੀ। ਔਰ ਉਹ ਕਿਉਂਕਿ ਆਪਾਂ ਨੂੰ ਕੰਮ ਕਰਨ ਦੀ ਜ਼ਰੂਰਤ ਹੈ। ਮੇਰਾ ਖਿਆਲ ਹੈ ਵੀ ਆਪਾਂ ਕੰਮ ਕਰੀਏ, ਇਹਨਾਂ ਚੀਜ਼ਾਂ ਨੂੰ ਰਹਿਣ ਦਈਏ ਇਸ ਡਿਬੇਟ ਦੇ ਵਿੱਚ ਪੈਣ ਨੂੰ। ਇਹ ਡਿਬੇਟ ਮੈਨੂੰ ਨਹੀਂ ਲੱਗਦਾ ਕਿਸੇ ਡੈਮੋਕ੍ਰੇਸੀ ਲਈ ਚੰਗੀ ਹੋਵੇ। ਇੰਟਰਨਲ ਡੈਮੋਕ੍ਰੇਸੀ ਜਿਹੜੀ ਆ ਉਹ ਹਮੇਸ਼ਾ ਹੀ, ਕਿਉਂਕਿ ਮੈਂ ਤਾਂ ਕੱਲ ਦਿੱਲੀ ਸੀ, ਸੱਚੀ ਗੱਲ ਹੈ, ਉੱਥੇ ਕੁਝ ਪੱਤਰਕਾਰ ਦੋਸਤ ਮਿਲ ਗਏ ਤੇ ਉਹ ਗੱਲਾਂ ਕਰਨ ਲੱਗ ਪਏ। ਮੈਂ ਕਿਹਾ ਦੇਖੋ, ਜਿਹੜੀ ਤਾਂ BJP ਗੱਲ ਕਰੇ ਉਹ ਤਾਂ ਸਾਰੀ ਦੇਸ਼ ਪ੍ਰੇਮੀ ਹੈ, ਤੇ ਜਿਹੜਾ ਕੇਜਰੀਵਾਲ ਸਰਟੀਫਿਕੇਟ ਦੇਵੇ ਉਹ ਸਾਰਾ ਇਮਾਨਦਾਰੀ ਦਾ ਸਰਟੀਫਿਕੇਟ ਆ। ਇਹਨਾਂ ਤੋਂ ਇਲਾਵਾ ਕੋਈ ਹੋਰ ਸਰਟੀਫਿਕੇਟ ਹੀ ਹੈ ਨਹੀਂ। ਇਹਨਾਂ ਕੋਲੋਂ ਸਾਨੂੰ ਸਰਟੀਫਿਕੇਟ ਲੈਣ ਦੀ ਜ਼ਰੂਰਤ ਨਹੀਂ ਹੈ। ਸੋ ਇਸ ਕਰਕੇ ਆਪਾਂ ਸਾਰੇ ਜਣੇ ਇੱਕ ਚੰਗੀ ਡੈਮੋਕ੍ਰੇਸੀ ਵੱਲ ਤੁਰੀਏ, ਤਾਂ ਕਿ ਆਪਾਂ ਪੰਜਾਬ ਦਾ, ਹਿੰਦੁਸਤਾਨ ਦਾ, ਕਿਉਂਕਿ ਜੋ ਹਿੰਦੁਸਤਾਨ ਦਾ ਹੋ ਰਿਹਾ ਇਹ ਬਹੁਤੇ ਚੰਗੀ ਡਾਇਰੈਕਸ਼ਨ ਨੂੰ ਨਹੀਂ ਹੈ, ਬਹੁਤੇ ਚੰਗੇ ਪਾਸੇ ਨੂੰ ਨਹੀਂ ਹੈ। ਇਹਦੇ ਤੇ ਆਪਾਂ ਨੂੰ ਖੜ ਕੇ ਕੰਮ ਕਰਨ ਦੀ ਜਿਹੜੀ ਆ ਉਹ ਜ਼ਰੂਰਤ ਹੈ। ਥੈਂਕ ਯੂ। ਕਾਫੀ ਟੀਚਰਸ ਦਾ ਟੈਸਟ ਚੱਲਦਾ ਪਿਆ। ਜਦੋਂ ਵਿਜੇ ਇੰਦਰ ਸੀਗਾ ਸੀਗੇ ਤਾਂ ਕਹਿੰਦੇ ਸੀ ਕਿ ਟੀਚਰਸ ਨੂੰ ਮਿਲਦੇ ਕਿਉਂ ਨਹੀਂ, ਮਿਲਣ ਤੇ ਗੱਲ ਉਹ ਇੱਕ ਸੋਲਵ ਹੋ ਜਾਏਗੀ। ਮੈਂ ਤਾਂ ਮੈਨੂੰ ਲੱਗਦਾ ਕਿ ਸਾਰੀਆਂ ਟੀਚਰ ਜਿਹੜੀਆਂ ਨੇ 10-10 ਵਾਰ ਮਿਲਿਆ। ਕੁਛ ਮੈਂ ਇਹਦੇ ਤੇ ਵੀ ਗੱਲ ਕਰਨੀ ਚਾਹੁੰਦਾ, ਕਿਉਂਕਿ ਕੁਛ ਇਹਨਾਂ ਦੇ ਆਪਸੀ ਕੰਫਲਿਕਟ ਹੈ। ਉਹ ਇਸ ਕਰਕੇ ਕੰਫਲਿਕਟ ਆ ਕਿਉਂਕਿ ਸਾਡੀ ਭਰਤੀ ਲਗਭਗ 20,000 ਟੀਚਰ ਦੀ, ਇੱਕ 2364 ਹੈ, ਇੱਕ 6635 ਆ, ਇੱਕ 8393 ਦੀ। ਸੋ ਲਗਭਗ 18-19,000 ਟੀਚਰ ਦੀ ਭਰਤੀ ਹਾਈ ਕੋਰਟ ਦੇ ਵਿੱਚ ਸਟਕ ਹੋਈ ਆ। ਉਹ ਇਸ ਕਰਕੇ ਹੋਈ ਆ ਕਿ ਕੁਝ ਟੀਚਰਸ ਨੇ ਕੋਰਟ ਦੇ ਵਿੱਚ ਕੇਸਿਸ ਕੀਤੇ ਹੋਏ ਆ। ਔਰ ਮੈਂ ਇਨਫੈਕਟ ਤੁਹਾਡੇ ਜ਼ਰੀਏ ਵੀ ਇਹਨਾਂ ਨੂੰ ਰਿਕੁਐਸਟ ਕਰੂੰਗਾ, ਕਿਉਂਕਿ ਸਾਡੇ ਬੱਚੇ ਆ,
ਕਿਉਂਕਿ ਟੀਚਰ ਨੇ ਹੀ ਹਮੇਸ਼ਾ ਜ਼ਿੰਦਗੀ ਦੇ ਵਿੱਚ ਸਮਾਜ ਨੂੰ ਬਿਲਡ ਅਪ ਕਰਨਾ ਹੁੰਦਾ। ਟੀਚਰ, ਪੇਰੈਂਟਸ ਤੇ ਟੀਚਰ ਦੋ ਇਹੋ ਜਿਹੇ ਇਨਸਾਨ ਆ ਜਿਨ੍ਹਾਂ ਨੇ ਬੱਚੇ ਨੂੰ ਸ਼ੇਪ ਅਪ ਕਰਨਾ ਹੁੰਦਾ। ਮੈਂ ਹਮੇਸ਼ਾ ਇਸ ਗੱਲ ਦੀ ਰਿਸਪੈਕਟ ਕਰਦਾ ਔਰ ਮੈਂ ਇਹਨਾਂ ਨੂੰ ਇਹ ਰਿਕੁਐਸਟ ਕਰਦਾ ਕਿ ਆਪਾਂ ਸਾਰੇ ਜਣੇ, ਮੈਂ ਕਿਹਾ ਸੀ ਜਾਂ ਤਾਂ ਇੱਕ ਜਥੇਬੰਦੀ ਬਣਾ ਲਓ, ਤੁਹਾਡੇ ਜਿਹੜੇ ਆਪਸੀ ਕਨਫਲਿਕਟ ਆ ਤੁਸੀਂ ਉਹ ਤਾਂ ਸੋਲਵ, ਹੁਣ ਮੰਨ ਲਓ ਇੱਕ ਕਹਿੰਦਾ ਵੀ ETT ਚਾਹੀਦਾ, ਦੂਜਾ ਕਹਿੰਦਾ ਨਹੀਂ ਚਾਹੀਦਾ। ਹੁਣ ਜਿਹੜਾ, ਔਰ ਇੱਕ ਗੱਲ ਹੋਰ ਵੀ ਹੈ ਮੈਂ ਤੁਹਾਡੇ ਨਾਲ ਸਾਂਝੀ ਕਰ ਦੇਣਾ, ਇੱਕ ਟੀਚਰ ਇੱਕ ਟੈਂਕੀ ਤੇ ਚੜਿਆ, ਕਿਉਂਕਿ ਮੈਨੂੰ ਬਹੁਤ ਬੰਦਿਆਂ ਨੇ ਕੁਐਸਚਨ ਕੀਤੇ, ਮੈਂ ਸਾਰੀ ਡਿਟੇਲ ਪੁੱਛੀ, ਉਹਦੇ ਨੰਬਰ 22 ਆ। ਇਹਦਾ ਮਤਲਬ ਜਾਂ ਤਾਂ ਸਕੂਲੇ ਕਦੀ ਗਿਆ ਹੀ ਨਹੀਂ, ਕੰਧ ਤੇ ਰਿਹਾ। ਮੈਂ ਕਦੀ ਵੀ ਇਸ ਗੱਲ ਲਈ ਨਾ ਕਦੀ ਝੁਕਿਆ ਹੀ ਆ, ਨਾ ਕਦੀ ਇਸ ਗੱਲ ਲਈ ਕੰਪਰੋਮਾਈਜ਼ ਹੀ ਕੀਤਾ। ਯੈਸ, ਜਿਹੜੇ ਬੱਚੇ ਮੈਰਿਟ ਦੇ ਵਿੱਚ ਹੈਗੇ ਆ, ਮੈਨੂੰ ਅਫਸੋਸ ਹੁੰਦਾ ਕਿ ਜਦੋਂ ਉਹ ਕਿਤੇ ਧਰਨੇ ਤੇ ਬੈਠਦੇ ਆ। ਮੈਂ ਤਾਂ ਪਿੱਛੇ ਜਿਹੇ ਵੀ ਉਹਨਾਂ ਨੂੰ ਕਿਹਾ ਸੀ, ਮੈਂ ਕਿਹਾ ਯਾਰ ਆ ਜਾਓ ਮੇਰੇ ਨਾਲ ਜਦੋਂ ਮਰਜ਼ੀ ਗੱਲ ਕਰ ਲਓ, ਲੇਕਿਨ ਜਿਹੜੀਆਂ ਆਪਸ ਵਿੱਚ ਇਹਨਾਂ ਦਾ ਕਨਫਲਿਕਟ ਆ, ਹੁਣ ਕੋਰਟ ਦੇ ਇਸ਼ੂਜ਼ ਹੈਗੇ ਆ। ਜੇ ਸਾਡੀ 19,000 ਦੀ ਭਰਤੀ ਲਗਭਗ ਕੋਰਟ ਦੇ ਵਿੱਚ 31 ਤਰੀਕ ਆ। ਅੱਛਾ, ਇਹਨਾਂ ਨੂੰ ਵੀ ਪਤਾ ਇੱਕ ਸਟਕ ਡਾਊਨ ਹੋ ਗਈ, ਕਿਉਂਕਿ ਮੈਂ 3 ਦਿਨ AG ਕੋਲ ਆਪ ਖੁਦ ਬਹਿ ਕੇ, ਐਡਵੋਕੇਟ ਜਨਰਲ ਕੋਲ ਖੁਦ ਬਹਿ ਕੇ ਮੈਂ ਕਿਹਾ ਵੀ ਇਹ ਕੰਟੀਨਿਊ ਇਹਦੀ ਬਹਿਸ ਕਰਾਉਣੀ ਹੈ। ਔਰ ਉਹਦੇ ਵਿੱਚ 29 ਹੁਣ 29 ਨਵੰਬਰ ਹੈ, 2 ਦਸੰਬਰ ਹੈ। ਔਰ ਇਹਦੇ ਤੋਂ ਇਲਾਵਾ ਅਸੀਂ ਲਗਭਗ 15,000 ਜਿਹੜੇ ਟੀਚਰ ਹੈ ਉਹਦੀ ਭਰਤੀ ਹੋਰ ਜਿਹੜੀ ਆ ਉਹ ਡਿਪਾਰਟਮੈਂਟਸ ਨੂੰ ਲਿਖੀ ਆ, ਕਿਉਂਕਿ ਇਹ ਠੀਕ ਆ ਸਮਾਂ ਥੋੜਾ, ਬਟ ਐਟ ਦਾ ਸੇਮ ਟਾਈਮ ਸਰਕਾਰ ਵੱਲੋਂ ਕੋਈ ਇਹੋ ਜਿਹੀ ਸਮੱਸਿਆ ਨਹੀਂ ਹੈ। ਲੇਕਿਨ ਸੋਲੂਸ਼ਨ, ਯੈਸ, ਸੋਲੂਸ਼ਨ ਨੂੰ ਟਾਈਮ ਲੱਗਦਾ, ਕਿਉਂਕਿ ਪਹਿਲੇ ਕਿਹਾ ਵੀ ਪਤਾ ਨਹੀਂ ਕੋਡ ਆਫ ਕੰਡਕਟ ਲੱਗ ਗਿਆ, ਪਤਾ ਨਹੀਂ ਕੀ ਹੋ ਗਿਆ। ਆਈ ਐਮ ਵੈਰੀ ਪੋਜ਼ਿਟਿਵ, ਸਾਡੇ ਚੀਫ ਮਿਨਿਸਟਰ ਬਹੁਤ ਪੋਜ਼ਿਟਿਵ ਆ ਕਿ ਹਾਂ ਬਈ ਅਸੀਂ ਇਹਨੂੰ ਸੋਲਵ ਕਰਨਾ, ਕਿਉਂਕਿ ਮੈਨੂੰ ਇਹ ਲੱਗਦਾ ਹੁੰਦਾ ਜੇ 4 ਸੜਕਾਂ ਘੱਟ ਵੀ ਬਣ ਜਾਣਗੀਆਂ ਕੁਛ ਨਹੀਂ, ਲੇਕਿਨ ਜੇ ਸਾਡੀ ਆਉਣ ਵਾਲੀ ਪੀੜ੍ਹੀ ਜੇ ਉਹਨੂੰ ਅਸੀਂ ਸਮੇਂ ਦਾ ਹਾਣੀ ਬਣਾ ਸਕੇ ਤਾਂ ਉਹ ਹੀ ਸਾਡੀ ਬਿਹਤਰੀ ਲਈ ਕੰਮ ਕਰ ਸਕਦੀ ਆ, ਆਪਣੀ ਬਿਹਤਰੀ ਲਈ ਕਰ ਸਕਦੀ ਆ, ਪੰਜਾਬ ਦੀ ਬਿਹਤਰੀ ਲਈ ਕੰਮ ਕਰ ਸਕਦੀ ਆ। ਟੀਚਰ ਜਿਹੜਾ ਉਹ ਜਿੰਨਾ ਕੰਫਰਟ ਹੋਊਗਾ, ਕੰਫਰਟੇਬਲ ਲੈਵਲ ਦੇ ਵਿੱਚ ਜਾਊਗਾ, ਉਨਾ ਹੀ ਉਹ ਬਿਹਤਰ ਕੰਮ ਕਰ ਸਕੂਗਾ, ਉਨਾ ਹੀ ਸਾਡੇ ਬੱਚੇ ਜਿਹੜੇ ਆ। ਔਰ ਉਹਦੇ ਲਈ ਸਾਨੂੰ ਸਮੇਂ ਦਾ ਹਾਣੀ ਬਣਾਉਣਾ ਉਹ ਬਹੁਤ ਵੱਡਾ ਚੈਲੰਜ ਹੈਗਾ, ਔਰ ਉਹਦੇ ਲਈ ਅਸੀਂ ਕੰਮ ਕਰ ਰਹੇ ਹਾਂ ਤਾਂ ਕਿ ਆਉਣ ਵਾਲੇ ਸਮੇਂ 'ਚ ਸਾਡੀ ਇਹ ਸਮੱਸਿਆ, ਉਹਦੀ ਇੰਪਲੋਏਬਿਲਿਟੀ, ਮੈਂ ਤੁਹਾਡੇ ਨਾਲ ਈਵਨ ਹਾਇਰ ਐਜੂਕੇਸ਼ਨ ਦੀ ਗੱਲ ਵੀ ਕਰ ਸਕਦਾ, ਕਿਉਂਕਿ ਮੈਂ ਸਾਰੇ ਜਿੰਨੇ ਵਾਈਸ ਚਾਂਸਲਰ ਹੈਗੇ, ਈਵਨ ਪ੍ਰਾਈਵੇਟ ਯੂਨੀਵਰਸਿਟੀਜ਼ ਦੇ, ਸਰਕਾਰੀ ਯੂਨੀਵਰਸਿਟੀਜ਼ ਦੇ, ਸਾਡੀ ਜਿਹੜੀ ਇੰਪਲੋਏਬਿਲਿਟੀ ਆ 10 ਤੋਂ 12% ਆ। ਮੈਂ ਕਿਹਾ ਇਹਦਾ ਮਤਲਬ ਕਿ ਸਾਡੀ ਐਜੂਕੇਸ਼ਨ ਸਿਸਟਮ ਦੇ ਵਿੱਚ ਕਿਤੇ ਨਾ ਕਿਤੇ ਗੈਪ ਹੈਗਾ, ਕਿਉਂਕਿ ਮੈਂ ਇੰਡਸਟਰੀਅਲਿਸਟ ਵੀ ਸੱਦੇ ਸੀ। ਇੰਡਸਟਰੀਅਲਿਸਟ ਕਹਿੰਦੇ ਸਾਨੂੰ ਬੱਚਾ ਨਹੀਂ ਮਿਲਦਾ ਕੰਮ ਕਰਨ ਲਈ, ਬੱਚਾ ਕਹਿੰਦਾ ਮੈਨੂੰ ਨੌਕਰੀ ਨਹੀਂ ਮਿਲਦੀ, ਇਹਦਾ ਮਤਲਬ ਕਿਤੇ ਨਾ ਕਿਤੇ ਗੈਪ ਹੈਗਾ। ਮੈਂ ਕਿਹਾ ਲੈਟ ਅਸ ਸਿਟ ਟੂਗੇਦਰ, ਸਾਰੇ ਐਕਸਪਰਟਸ ਬੁਲਾ ਲਓ, ਕਿਉਂਕਿ ਜੇ ਕੋਈ ਸਾਨੂੰ ਬਾਹਰੋਂ ਵੀ ਹਾਇਰ ਕਰਨਾ ਪੈਂਦਾ, ਵੀ ਹੈਵ ਟੂ ਥਿੰਕ ਔਨ ਦੋਜ਼ ਲਾਈਨ। ਮੈਂ ਸਾਡੇ ਪੂਰੀ ਕੈਬਨਿਟ ਨੂੰ ਵੀ ਕਿਹਾ, ਮੈਂ ਕਿਹਾ ਯਾਰ ਆਪਾਂ ਬਾਕੀ ਚੀਜ਼ਾਂ ਭਾਵੇਂ ਘੱਟ ਕਰ ਲਈਏ, ਲੇਕਿਨ ਇਹ ਇਸ਼ੂ ਜਿਹੜਾ ਬੱਚਿਆਂ ਨੂੰ ਪੜਾਉਣ ਦਾ ਇਸ਼ੂ ਆ, ਜੇ ਅਸੀਂ ਉਹਨਾਂ ਨੂੰ ਇੰਪਲੋਏਬਿਲਿਟੀ ਤੱਕ ਲੈ ਗਏ, ਜੇ ਉਹਨਾਂ ਨੂੰ ਸਮੇਂ ਦਾ ਹਾਣੀ ਬਣਾ ਲਿਆ, ਔਰ ਉਹਦੇ ਚੈਲੰਜਸ ਹੈਗੇ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ, ਕਿਉਂਕਿ ਸਾਡੇ ਸਰਕਾਰੀ ਸਿਸਟਮ 'ਚ ਕਈ ਕਮਜ਼ੋਰੀਆਂ ਵੀ ਹੈਗੀਆਂ। ਪ੍ਰਾਈਵੇਟ ਸੈਕਟਰ ਕਾਸਟਲੀ ਬਹੁਤ ਹੈ, ਸਾਡੀਆਂ ਜਿਹੜੀਆਂ ਚੈਰੀਟੇਬਲ ਇੰਸਟੀਟਿਊਸ਼ਨਸ ਆ ਉਹਨਾਂ ਤੇ ਵੀ ਕਈ ਤਰ੍ਹਾਂ ਦੇ ਪ੍ਰੈਸ਼ਰ ਹੈਗੇ, ਚੈਲੰਜਸ ਵੀ ਹੈਗੇ ਆ, ਲੇਕਿਨ ਇਹਨੂੰ ਇੱਕ ਲੜੀ ਦੇ ਵਿੱਚ ਪਰੋ ਕੇ ਪੰਜਾਬ ਦਾ ਬੱਚਾ ਤਾਂ ਪੰਜਾਬ ਦਾ ਹੀ ਆ ਨਾ, ਉਹਨੂੰ ਅੱਗੇ ਲੈ ਕੇ ਜਾਣਾ, ਉਹਦੇ ਲਈ ਦੇਖੋ ਸਮਾਂ ਚਾਹੀਦਾ। ਮੈਂ ਨਹੀਂ ਕਹਿੰਦਾ ਓਵਰਨਾਈਟ ਹੁੰਦਾ, ਕਿਉਂਕਿ ਕਈ ਵਾਰੀ ਹੁਣ ਸਪੋਰਟਸ ਦੀ ਕਈ ਵਾਰੀ ਗੱਲ ਆਉਂਦੀ ਆ ਜਿਹੜੇ ਹੁਣ ਸਾਡੇ ਆ ਬੱਚੇ ਮੈਡਲ ਲੈ ਕੇ ਆਏ ਆ, ਇਹ 2005 ਦਾ ਪਹਿਲਾ ਬੈਚ ਹੈ ਜਿਹੜੇ ਅਸੀਂ ਇਹਨਾਂ ਨੂੰ ਠੀਕ ਏਜ ਗਰੁੱਪ ਦੇ ਵਿੱਚ ਠੀਕ ਟ੍ਰੇਨਿੰਗ ਦੇ ਕੇ ਤਾਂ ਇਹ 11 ਬੱਚੇ ਜਿਹੜੇ ਪੰਜਾਬ ਦੇ ਹਿੰਦੁਸਤਾਨ ਦੀ ਟੀਮ ਦੇ ਮੈਡਲ ਲੈ ਕੇ ਆਏ ਆ। ਇਹ ਬੇਸਿਕਲੀ ਲੌਂਗ ਟਰਮ ਦੀ ਗੱਲ ਹੈ, ਇਹ ਐਜੂਕੇਸ਼ਨ ਵੀ ਲੌਂਗ ਟਰਮ ਦੀ ਗੱਲ ਹੈ ਔਰ ਸਪੋਰਟਸ ਵੀ ਜਿਹੜੀ ਉਹ ਲੌਂਗ ਟਰਮ ਦੀ ਗੱਲ ਹੈ। ਉਹ ਇਸ ਕਰਕੇ ਮੈਂ ਇਹ ਤੁਹਾਨੂੰ ਸਾਰਿਆਂ ਨੂੰ ਇਹ ਰਿਕੁਐਸਟ ਕਰਦਾ, ਕਿਉਂਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ, ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਇਹ ਬੱਚੇ ਕਦੀ ਵੀ ਮੇਰੇ ਜਿਹੜੇ 10 ਵਾਰੀ ਆਏ ਮੈਂ 10 ਵਾਰੀ ਮਿਲ ਲਿਆ, ਜਿਹੜੇ 20 ਵਾਰੀ ਆਏ ਮੈਂ 20 ਵਾਰੀ ਮਿਲ ਲਿਆ। ਮੈਂ ਕਿਹਾ ਯਾਰ ਮੈਨੂੰ ਕੰਮ ਕਰਨ ਦਿਓ, 35 ਦਿਨ ਹੋਏ ਆ, 36 ਦਿਨ ਹੋਏ ਆ। ਸੋ ਜਿਹੜੀਆਂ ਚੀਜ਼ਾਂ ਸੌਰਟ ਆਊਟ ਹੋ ਰਹੀਆਂ ਅਸੀਂ ਸੌਰਟ ਆਊਟ ਕਰ ਰਹੇ ਹਾਂ, ਜਿਹੜੀਆਂ ਇਹਨਾਂ ਦੇ ਆਪਸੀ ਕਨਫਲਿਕਟ ਆ ਉਹਨਾਂ ਨੂੰ ਬਿਠਾ ਕੇ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਐਂਡ ਆਫ ਦਾ ਡੇ ਇੱਕ ਕਹਿੰਦਾ ਜੀ 42 ਸਾਲ ਉਮਰ ਹੋਣੀ ਚਾਹੀਦੀ ਆ, ਇੱਕ ਕਹਿੰਦਾ ਜੀ ਰੈਗੂਲਰ ਉਮਰ ਹੋਣੀ ਚਾਹੀਦੀ ਆ। ਸਾਡੇ ਕਾਲਜਸ ਦੇ ਜਿਹੜੇ ਲੈਕਚਰਰ ਆ ਪਿਛਲੇ 22 ਸਾਲਾਂ 'ਚ ਕਿਸੇ ਨੇ ਲੈਕਚਰਰ ਨਹੀਂ ਭਰਤੀ ਨਹੀਂ ਕੀਤਾ। ਕਿਉਂ ਨਹੀਂ ਕੀਤਾ?
ਕਿਉਂਕਿ ਉਹਦੇ ਵਿੱਚ ਇੰਟਰਵਿਊ ਦੇ 20 ਨੰਬਰ ਸੀ। 20 ਨੰਬਰ ਸੱਚੀ ਗੱਲ ਆ, ਉਹ ਕਿਤੇ ਨਾ ਕਿਤੇ ਇਨਫਲੂਐਂਸ ਵੀ ਹੁੰਦੇ ਸੀ ਤੇ ਉਹ ਕਰਪਸ਼ਨ ਵੀ ਸੀ। ਮੈਂ ਉਹ 20 ਦੇ 20 ਕੱਢ ਦਿੱਤੇ। ਮੈਂ ਕਹਿੰਦਾ ਜਿਹੜਾ ਮੈਰਿਟ ਤੇ ਆ ਜਾਊਗਾ ਉਹਨੂੰ, ਮੈਨੂੰ ਲੱਗਦਾ ਕਿ ਅਸੀਂ 2, 3, 4 ਤਰੀਕ ਤੱਕ ਅਨਲੈਸ ਅਦਰਵਾਈਜ਼ ਕੋਈ ਕੋਰਟ ਦੀ ਕੋਈ ਇਦਾਂ ਦੀ ਡਾਇਰੈਕਸ਼ਨ ਨਾ ਹੋਈ, ਕਿਉਂਕਿ 22 ਸਾਲਾਂ ਦੇ ਵਿੱਚ, ਕਿਉਂਕਿ ਮੈਨੂੰ ਲੱਗਦਾ ਕਿ ਸਾਨੂੰ ਉਹਦੇ ਤੇ ਕੰਮ ਕਰਨ ਦੀ ਜ਼ਰੂਰਤ ਆ। ਸਾਡੇ ਕਾਲਜਸ ਜਿਹੜੇ ਆ ਉਹਨਾਂ ਨੂੰ ਸਮੇਂ ਦਾ ਹਾਣੀ ਬਣਾਉਣਾ, ਟੀਚਰਸ ਦੀ ਅਪਗ੍ਰੇਡੇਸ਼ਨ ਕਰਨੀ। ਸੋ ਇਟ ਇਜ਼ ਵੈਰੀ ਇੰਪੋਰਟੈਂਟ ਐਂਡ ਵੈਰੀ ਡਿਫਿਕਲਟ ਆਲਸੋ, ਕਿਉਂਕਿ ਇਹਨੂੰ ਸਾਨੂੰ ਇੱਧਰ ਨੂੰ ਸੋਚਣ ਦੀ ਜ਼ਰੂਰਤ ਆ। ਮੈਂ ਤਾਂ ਤੁਹਾਨੂੰ ਰਾਦਰ ਰਿਕੁਐਸਟ ਕਰੂੰਗਾ ਕਿ ਇਹਨਾਂ ਵੀ ਜਥੇਬੰਦੀਆਂ ਨਾ, ਜੇ ਕਿਤੇ ਤੁਹਾਨੂੰ ਵੀ ਕਿਤੇ ਚਾਂਸ ਮਿਲਦਾ, ਕਿਉਂਕਿ ਅਲਟੀਮੇਟਲੀ ਜਦੋਂ ਕੈਮਰਾ ਆਉਂਦਾ ਨਾ ਫਿਰ ਕਿਤੇ ਬਹੁਤਾ ਜ਼ਿਆਦਾ ਇਹ ਐਗਰੈਸਿਵ ਵੀ ਹੋ ਜਾਂਦੇ ਆ। ਇਹ ਨਾ ਦੇਖੋ, ਮੈਂ ਤੁਹਾਡੀ ਹਾਜ਼ਰੀ 'ਚ ਬਹਿਣ ਨੂੰ ਤਿਆਰ ਆ, ਕੋਈ ਰੌਲਾ ਹੀ ਨਹੀਂ ਹੈ। ਮੈਂ ਤਾਂ ਬੇਸਿਕਲੀ ਦੇਖੋ, ਤੁਸੀਂ ਡੈਮੋਕ੍ਰੇਸੀ ਦਾ ਚੌਥਾ ਪਿਲਰ ਹੋ, ਮੈਂ ਤੁਹਾਡੀ ਹਾਜ਼ਰੀ 'ਚ ਬਹਿਣ ਨੂੰ ਤਿਆਰ ਆ ਕਿ ਆ ਜਾਓ ਯਾਰ ਡਿਸਕਸ ਕਰ ਲਈਏ, ਉਹਦੇ 'ਚੋਂ ਚੰਗੀ ਚੀਜ਼ ਕੱਢ ਲਈਏ। ਤੇ ਨੈਗੇਟਿਵਿਟੀ ਦੇ ਵਿੱਚੋਂ ਤਾਂ ਕੁਝ ਨਹੀਂ ਨਿਕਲੂਗਾ, ਕਿਉਂਕਿ ਜੇ ਕੰਮ ਨਹੀਂ ਕਰਨ ਦੇਣਗੇ, ਜੇ ਸਮਾਂ ਨਹੀਂ, ਮੈਂ ਤਾਂ ਇੱਕ ਦਿਨ ਮੀਟਿੰਗ ਵੀ ਜੇ ਕਰਦਾ ਤੇ ਰਾਤ ਨੂੰ ਕਰਦਾ, ਰਾਤ ਨੂੰ ਵੀ 7 ਵਜੇ ਬੈਠ ਕੇ, ਅੱਛਾ ਨਹੀਂ ਤਾਂ ਫਿਰ ਉਹ ਸਾਰੀ ਦਿਹਾੜੀ ਉਹ ਮੇਲ ਮਿਲਾਪ ਵਾਲਾ ਕੰਮ ਨਹੀਂ ਸਰ। ਸੋ ਇਸ ਕਰਕੇ ਤੁਸੀਂ ਕੱਲ ਆ ਰਹੇ ਆ ਤੇ ਟੀਚਰਸ ਉਹਨਾਂ ਨੂੰ ਮਿਲਣ ਜਾ ਰਹੇ ਆ। ਨਹੀਂ, ਕੋਈ ਵੀ ਡੈਮੋਕ੍ਰੇਸੀ ਦੇ ਵਿੱਚ ਕੇਜਰੀਵਾਲ ਦਾ ਤਾਂ ਕੰਮ ਇਹ ਆ, ਕਿਉਂਕਿ ਜਿਹੜਾ 22 ਕਰੋੜ ਦਾ ਐਨਹਾਂਸ ਕਰਕੇ 600 ਕਰੋੜ ਲੈ ਲਿਆ, ਉਹ 600 ਕਰੋੜ ਪਬਲਿਸਿਟੀ ਦਾ ਹੀ ਆ। ਮੋਦੀ ਜੀ ਦਾ ਵੀ ਇਹੀ ਕੰਮ ਆ। ਇਹ ਤੋਂ ਵੱਧ ਕੰਮ ਕਰ ਲਈਏ ਆਪਾਂ, ਕੰਮ ਕਰਕੇ ਜਿਹੜੀਆਂ ਸਮੱਸਿਆਵਾਂ ਕੁਝ ਸੋਲੂਸ਼ਨ ਕੱਢ ਲਈਏ, ਕਿਉਂਕਿ ਕਦੀ ਇਹ ਗੱਲ ਨਹੀਂ ਕਰਦੇ, ਜੇ ਕਦੀ ਪਾਕਿਸਤਾਨ ਦੀ ਗੱਲ ਕਰ ਲੈਣਗੇ, ਕਦੀ ਇਹ ਨਵਜੋਤ ਸਿੱਧੂ ਦੀ ਗੱਲ ਕਰ ਲੈਣਗੇ। ਮੈਂ ਤਾਂ ਨਵਜੋਤ ਸਿੱਧੂ ਸੱਚੀ ਗੱਲ ਹੈ, ਦੋਨੇ ਇਕੱਠੇ ਸੀ ਜਦੋਂ ਪਾਕਿਸਤਾਨ ਗਏ ਆ, ਉੱਥੇ ਕੋਈ ਗੱਲ ਹੀ ਨਹੀਂ ਹੋਈ। ਲੇਕਿਨ ਇਹਨਾਂ ਨੇ ਕਹਿਤਾ ਵੀ ਬਈ ਉਹ ਬੜਾ ਬਾਈਕ ਆ, ਬਈ ਜਦੋਂ ਮੋਦੀ ਜੀ ਜਾਂਦੇ ਆ ਔਰ ਅਨਇਨਵਾਈਟਡ ਜਾਂਦੇ ਆ, ਨਵਾਜ਼ ਸ਼ਰੀਫ ਦੇ ਬ੍ਰੇਕਫਾਸਟ ਤੇ ਚਲੇ ਗਏ ਜਿੱਦਣ ਉਹਨਾਂ ਦਾ ਬਰਥਡੇ ਸੀਗਾ। ਅੱਛਾ, ਉਧਰ ਉਹ ਸਾਰਾ ਕੁਝ ਠੀਕ ਹੈ। ਅਨਫੋਰਚੂਨੇਟਲੀ ਦੇਖੋ, ਤੁਸੀਂ ਵੀ ਗੁੱਸਾ ਨਾ ਕਰਿਓ, ਜਿਹੜਾ ਸੈਕਸ਼ਨ ਆਫ ਮੀਡੀਆ ਨਾ, ਜਿਹਨੂੰ ਮੋਦੀ ਮੀਡੀਆ ਕਹਿੰਦੇ ਆ, ਉਹ ਵੀ ਕਿਤੇ ਨਾ ਕਿਤੇ ਇਹੋ ਜਿਹਾ ਰੋਲ ਬਹੁਤ ਪਲੇ ਕਰਦਾ। ਪੰਜਾਬ 'ਚ ਅਸੀਂ ਬਹੁਤ ਲੱਕੀ ਆ ਵੀ ਜਿਹੜੇ ਪੰਜਾਬ 'ਚ ਸਾਰੇ ਜਣੇ ਇੰਡੀਪੈਂਡੈਂਟ ਗੱਲ ਕਰਦੇ ਆ। ਈਵਨ ਕਿ ਮੈਂ ਤਾਂ ਪੀਟਰ ਨੂੰ ਵੀ ਕਹਿੰਦਾ ਹੁੰਦਾ, ਚਲੋ ਭਾਵੇਂ ਪੂਰੀ ਗੱਲ ਕਰੋ। ਥੈਂਕ ਯੂ ਵੈਰੀ ਮਚ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਾਂਗਰਸ ਦੇ ਕੰਮ ਨਹੀਂ ਹੋਣਗੇ ਤੇ ਮੈਂ ਭੁੱਖਾ ਢਾਹ ਕੇ ਬੈਠਾਂਗਾ। 150 ਟੀਚਰ ਜਿਹੜੇ ਗੱਲ ਕਰਦੇ ਪੇਟ ਦਾ ਬੇਲ ਮੈਰਿਟੋਰੀਅਸ ਦਾ ਮਸਲਾ ਹੈ। ਹਾਂ, ਮੈਰਿਟੋਰੀਅਸ ਸਕੂਲ ਦੇ ਜਿਹੜੇ ਟੀਚਰ ਨੇ ਉਹ ਤਾਂ ਨੋਟੀਫਿਕੇਸ਼ਨ ਚੱਕੀ ਫਿਰਦੇ ਨੇ ਸਰਕਾਰ ਦੀ। ਇੱਕ ਉਹਦੇ ਨਾਲ ਹੀ ਹੈ, ਮੈਰਿਟੋਰੀਅਸ ਸਕੂਲਾਂ ਦੇ ਵਿੱਚ 2 ਸਾਲਾਂ ਤੋਂ ਬੱਚਿਆਂ ਦੀ ਐਡਮਿਸ਼ਨ ਨਹੀਂ ਹੋਈ। 2 ਸੈਕਸ਼ਨ ਹੋ ਗਏ, ਮਤਲਬ ਇੱਕ ਹੀ ਟੈਸਟ ਹੋਇਆ ਲੇਕਿਨ ਉਹ ਰਿਜ਼ਲਟ ਨਹੀਂ ਆਇਆ। ਉਹਦੇ ਵਿੱਚ ਕੋਈ ਟੈਕਨੀਕਲ ਪ੍ਰੋਬਲਮ ਹੈ ਯਾਰ, ਐਂਡ ਉਹ ਅਸੀਂ ਜਲਦੀ ਜਿਹੜੀ ਉਸ ਨੂੰ ਸੋਲਵ ਦੇਖੋ ਸੈਸ਼ਨ ਤਾਂ ਅੱਧੇ ਤੋਂ ਜ਼ਿਆਦਾ ਹੋ ਗਿਆ ਵਾ। ਐਕਚੁਅਲੀ ਦੇਖੋ, ਮੈਂ ਜਸਟ ਰਿਜ਼ਲਟ ਦਾ ਆਇਆ, ਮੈਂ ਕਿਹਾ ਪਹਿਲਾਂ ਉਹ ਕੰਮ ਕਰ ਲਈਏ। ਐਕਚੁਅਲੀ ਹੋਇਆ ਕਿ ਮੈਂ ਤੁਹਾਡੇ ਨਾਲ ਇਸ ਕਰਕੇ ਸਾਰੀ ਗੱਲ ਕੀਤੀ ਆ, ਕਿਉਂਕਿ ਯਾਰ ਭਾਜੀ ਉਹੀ ਕੰਮ ਕਰੀ ਜਾਂਦੇ ਨੇ ਵੀ ਕਮਜ਼ੋਰੀਆਂ ਨੇ। ਤੁਹਾਨੂੰ ਨਹੀਂ ਪਤਾ ਕੀ ਹੈ। ਪਬਲਿਕ ਰਿਪਰੈਜ਼ੈਂਟੇਟਿਵ ਜੇ 35 ਦਿਨਾਂ ਦੇ ਵਿੱਚੋਂ 27-28 ਦਿਨ ਸਿਰਫ ਆਪਾਂ ਸੁਣਨ ਲਈ ਲਾਵਾਂਗੇ, ਕੋਈ ਕੰਮ ਲਈ ਸਮਾਂ ਤਾਂ ਚਾਹੀਦਾ ਹੀ ਹੈ। ਮੈਂ ਤਾਂ ਇਹੀ ਰਿਕੁਐਸਟ ਕੀਤੀ, ਮੈਂ ਕਿਹਾ ਯਾਰ ਇੱਕ ਵਾਰੀ ਬਹਿ ਜਾਓ, ਭਾਵੇਂ 5 ਘੰਟੇ ਬਹਿ ਜਾਓ, 5 ਘੰਟੇ ਤੁਹਾਡੀ ਪ੍ਰੈਜ਼ੈਂਸ ਦੇ ਵਿੱਚ ਬਹਿਣ ਨੂੰ ਮੈਂ ਤਿਆਰ ਹਾਂ। ਪਰ ਗੱਲ ਇਹ ਹੈ ਕਿ ਉਹ ਤੋਂ ਗਾਂ ਤੱਕ ਮੰਤਰੀ ਜੀ, ਇਹ ਨਾ ਤੁਸੀਂ ਕਾਲਜ ਦੇ ਜਿਹੜੇ ਪ੍ਰੋਫੈਸਰ ਦੀ ਭਰਤੀ ਬਾਰੇ ਗੱਲ ਕੀਤੀ, ਆਈ ਥਿੰਕ 1100 ਦੇ ਕਰੀਬ ਹੈ। ਜਿਹੜੇ ਗੈਸਟ ਫੈਕਲਟੀ ਵਾਲੇ ਆ, ਉਹ ਕਹਿੰਦੇ ਵੀ ਜੇਕਰ ਟੈਸਟ ਹੁੰਦਾ ਹੈ ਤੇ ਸਾਨੂੰ ਸਰਕਾਰ ਜਿਹੜੀ ਬਾਈਕਾਟ ਕਰੇਗੀ, ਵਕਤ ਕੱਢ ਦੇਵੇਗੀ। ਉਹਨਾਂ ਦੇ ਖਦਸ਼ੇ ਹੈ। ਉਹਨਾਂ ਦੀ ਜੇ ਤੁਹਾਨੂੰ ਕਹੋ, ਮੇਰੇ ਕੋਲ ਇੱਕ WhatsApp 'ਚ ਚਿੱਠੀ ਹੈਗੀ ਹੈ, ਮੈਂ ਤੁਹਾਨੂੰ ਭੇਜ ਦੇਣਾ। ਐਕਚੁਅਲੀ ਕੀ ਹੁੰਦਾ, ਕਈ ਵਾਰੀ ਉਹਦੀ ਇੰਟਰਪ੍ਰੀਟੇਸ਼ਨ ਆਪਾਂ ਇਦਾਂ ਦੀ ਕੱਢਣ ਲੱਗ ਪੈਂਦੇ ਹਾਂ, ਕਿਉਂਕਿ ਅਸੀਂ ਬਿਲਕੁਲ ਗੈਸਟ ਫੈਕਲਟੀ ਤੇ ਪਾਰਟ ਟਾਈਮ ਬਿਲਕੁਲ ਨਹੀਂ ਟੱਚ ਕਰਦੇ। ਅਸੀਂ ਤਾਂ ਈਵਨ ਉੱਥੇ ਨਹੀਂ ਭੇਜ ਰਹੇ ਜਿੱਥੇ ਉਹ ਆਲਰੇਡੀ ਕੰਮ ਕਰਦੇ ਆ, ਕਿਉਂਕਿ ਸਕੋਪ ਆਫ ਵਰਕ ਜਿਹੜਾ ਆ ਬਹੁਤ ਹੈਗਾ। ਉਹਨਾਂ ਦੀ ਜੋਬ ਨੂੰ ਕੋਈ ਖਤਰਾ ਕੋਈ ਖਤਰਾ ਨਹੀਂ। ਉਹਨਾਂ ਕੋਈ ਟੈਸਟ ਦੇਣਾ ਤਾਂ ਨਹੀਂ ਕੋਈ। ਮੈਂ ਕਿਹਾ ਕੋਈ ਉਹਨਾਂ ਚੋਂ ਵੀ ਜਿਹਨਾਂ ਨੇ ਟੈਸਟ ਦਿੱਤਾ ਆ, ਹੋ ਸਕਦਾ ਉਹਨਾਂ ਚੋਂ ਵੀ ਰੈਗੂਲਰ ਹੁੰਦਾ, ਉਹਨਾਂ ਚੋਂ ਵੀ ਜਿਹਨਾਂ ਨੇ ਟੈਸਟ ਦਿੱਤਾ ਆ, ਉਹਨਾਂ ਚੋਂ ਵੀ ਹੋ ਸਕਦਾ ਰੈਗੂਲਰ ਹੋ ਜਾਣ। ਪਰ ਜਿਹੜੇ ਨਹੀਂ ਰੈਗੂਲਰ ਹੋਣਗੇ, ਉਹਨਾਂ ਨੂੰ ਕਿਸੇ ਕਿਸਮ ਦਾ ਵੀ ਸਰਕਾਰ ਕੰਟੀਨਿਊ ਕਰ ਰਹੀ ਹੈ। ਬਿਲਕੁਲ ਕੰਟੀਨਿਊ। ਇੱਕ ਸਰ ਹੋ ਰਿਹਾ ਹੈ ਜਿਹੜੇ ਭਾਗ ਦੇ ਵਿੱਚ ਡਾਇਰੈਕਟਰ ਦੀ ਪੋਸਟ ਬਾਰੇ ਵੀ ਸੀਗਾ, ਤੁਸੀਂ ਇਸ਼ਤਿਹਾਰ ਦਿੱਤਾ, ਉਹਦੀ ਏਜ ਮੈਂਸ਼ਨ ਹੀ ਹੈ ਨਹੀਂ, ਕੋਈ ਲਿਮਿਟ ਹੀ ਨਹੀਂ ਹੈ ਕਿ ਉਹਦੇ 'ਚ ਉਹ ਬੜੀ ਖਾਮੀ ਹੈਗੀ ਹੈ। ਐਕਚੁਅਲੀ ਦੇਖੋ, ਇਹ ਜਿਹੜੀਆਂ ਸਪੈਸ਼ਲਾਈਜ਼ਡ ਜੌਬਸ ਹੁੰਦੀਆਂ,
ਮੰਨ ਲਓ ਹੁਣ ਡਾਕਟਰ ਹੈ, ਇਹ ਜਿੰਨਾ ਵੀ ਉਹਦਾ ਐਕਸਪੀਰੀਅੰਸ ਹੋਈ ਜਾਊਗਾ ਉਨਾ ਠੀਕ ਰਹੂਗਾ, ਕਿਉਂਕਿ ਅਸੀਂ ਤਾਂ ਜਦੋਂ ਮੈਰਿਟ ਦੀ ਗੱਲ ਕਰ ਰਹੇ ਹਾਂ, ਮੈਰਿਟ ਤੇ ਕਦੀ ਕੰਪਰੋਮਾਈਜ਼ ਨਹੀਂ ਕਰਦਾ। ਇਸੇ ਕਰਕੇ ਮੈਂ ਜ਼ਿਆਦਾ ਲੂਜ਼ ਗੱਲਾਂ ਰੱਖਦਾ ਹੁੰਦਾ, ਉਹ ਇਸ ਕਰਕੇ ਰੱਖਦਾ ਹੁੰਦਾ ਕਿ ਉਹਦੇ 'ਚ ਕਿਤੇ ਨਾ ਕਿਤੇ ਤੁਹਾਡੇ ਕੋਲ ਚੰਗੇ ਬੰਦੇ ਲਈ ਉਹ ਜਗ੍ਹਾ ਰਹੇ। ਇੰਨੀ ਗੱਲ ਹੈ। ਇਹ ਸਰ ਜਿਹੜਾ 5ਵੀਂ ਤੇ 8ਵੀਂ ਦੇ ਬੱਚੇ ਹੈਗੇ ਆ ਸਰਕਾਰੀ ਸਕੂਲਾਂ ਦੇ ਰਜਿਸਟ੍ਰੇਸ਼ਨ ਜਿਹਨਾਂ ਨੇ ਨਹੀਂ ਕਰਾਈ, 1000 ਰੁਪਇਆ ਜੁਰਮਾਨਾ ਲਗਾਇਆ ਜਾ ਰਿਹਾ ਐਜੂਕੇਸ਼ਨ ਉਹ ਆਲਰੇਡੀ ਕਨਵੇ ਹੋ ਗਿਆ ਕਿਉਂਕਿ ਅਸੀਂ ਟਿਕਟ ਵਧਾ ਲਈ ਹੈ, ਸੋ देयर विल नॉट बी एनी प्रॉब्लम। ਸਰ ਇਹ ਉਹਦੇ ਨਾਲ ਜਿਹੜਾ ਨਵਜੋਤ ਸਿੰਘ ਸਿੱਧੂ ਨੇ ਕੱਲ ਕਿਹਾ ਬੇਅਦਬੀ ਦੇ ਮਾਮਲੇ ਤੇ ਗੱਲ ਨਾ ਹੋਈ ਤੇ ਉਹ ਹੜਤਾਲ ਬੈਠਾ ਹੜਤਾਲ। ਆਪਾਂ ਪਹਿਲਾਂ ਗੱਲ ਤਾਂ ਵੈਸੇ ਕਰ ਲਈ ਹੈ। ਨਹੀਂ ਦੇਖੋ, ਪਰ ਗੱਲ ਸੁਣੋ, ਮੈਨੂੰ ਦੂਜਾ ਐਂਗਲ ਦੱਸੋ, ਇਹ ਕਦੀ ਡਿਸਕਸ਼ਨ ਕੇਜਰੀਵਾਲ ਤੇ ਮੋਦੀ ਕਰ ਸਕਦੇ ਆ? ਇਹ ਇਸ ਪਾਰਟੀ ਦੀ, ਮੈਂ ਵੀ ਤੁਹਾਨੂੰ ਦੱਸਦਾ, ਮੈਂ ਵੀ ਲੜਿਆ ਹੀ ਆ, ਮੈਂ ਕਿਹੜਾ ਨਹੀਂ ਲੜਿਆ, ਮੈਂ ਹੁਣ ਵੀ ਕਈ ਵਾਰੀ ਲੜ ਪੈਂਦਾ, ਪਰ ਇਸ ਕਰਕੇ ਲੜਦਾ ਵੀ ਇਸ਼ੂਜ਼ ਦੀ ਗੱਲ ਹੈ। ਇਹ ਕਦੀ ਦੇਖੋ ਇੰਟਰਨਲ ਡੈਮੋਕ੍ਰੇਸੀ ਕੀ ਆ, ਅਸੀਂ ਸਾਰੇ ਜਣੇ ਬਹਿ ਜਾਂਦੇ, ਤੁਹਾਡੀ ਗੱਲ ਜਿਹੜੀ ਚੰਗੀ ਆ ਉਹ ਸੁਣ ਲਈਏ, ਜਿਹੜੀ ਸਾਡੇ ਵਾਲੀ ਚੰਗੀ ਆ ਉਹ ਸੁਣ ਲਈਏ। ਅੱਛਾ ਜੀ, ਨਵਜੋਤ ਸਿੰਘ ਸਿੱਧੂ ਜੇ ਇਸ਼ੂਜ਼ ਦੀ ਗੱਲ ਕਰਦਾ ਤਾਂ ਫਿਰ ਇੰਨੀ ਕੋਈ ਗੱਲ ਨਹੀਂ ਹੈ। ਇੰਟਰਨਲ ਡੈਮੋਕ੍ਰੇਸੀ ਹੈਗੀ ਆ, ਉਹਦਾ ਆਪਣਾ ਕਹਿਣ ਦਾ ਨਜ਼ਰੀਆ ਹੈਗਾ। ਸੋ ਮੈਨੂੰ ਲੱਗਦਾ ਕਿ ਇਹਦੇ ਲਈ ਸਾਨੂੰ ਸੁਹਿਰਦ ਵੀ ਹੋਰ ਵੱਧ ਸੁਹਿਰਦ ਹੋ ਕੇ ਗਾਹ ਤੋਂ ਇਹ ਸਰਕਾਰ ਤਾਂ ਅੱਗੇ ਨਾ ਭੁੱਖ ਹੜਤਾਲ ਦੇ ਬੈਠਣ ਦੀ ਗੱਲ ਕਰ ਰਹੀ ਹੈ। ਨਹੀਂ, ਉਹ ਤਾਂ ਪਹਿਲਾਂ ਵਾਲੀ ਦੇਖੋ ਗੱਲ ਇਹ ਆ ਕਿ ਵਿੱਚ ਕੋਰਟਸ ਦਾ ਇਸ਼ੂ ਨਹੀਂ ਹੈ, ਕਿਉਂਕਿ ਇਕੱਲੀ ਸਰਕਾਰ ਦੀ ਗੱਲ ਨਹੀਂ ਹੈ। ਹੁਣ ਮੰਨ ਲਓ ਮੈਂ ਟੀਚਰਸ ਨੂੰ ਭਰਤੀ ਕਰਨਾ ਚਾਹੁੰਦਾ, ਲੇਕਿਨ ਇੱਕ ਕੋਰਟ ਦੀ ਐਪਲੀਕੇਸ਼ਨ ਨੇ ਸਾਡੀ 18000 ਟੀਚਰ ਦੀ ਭਰਤੀ ਹੋਲਡ ਕੀਤੀ ਹੋਈ। ਹੁਣ ਜਿਹੜੀ ਗੱਲ ਕੋਰਟ ਦੀ ਆ ਉਹਦੇ ਤੇ ਤਾਂ ਮੈਂ ਕਮੈਂਟ ਨਹੀਂ ਕਰ ਸਕਦਾ, ਲੇਕਿਨ ਜਿਹੜੀ ਮੇਰੀ ਜ਼ਿੰਮੇਵਾਰੀ ਹੈ ਐਜ਼ ਗਵਰਨਮੈਂਟ, ਆਈ ਹੈਵ ਟੂ ਫੁਲਫਿਲ ਦੈਟ। ਅੱਛਾ ਇੱਕ ਦੱਸ ਦਿਓ ਕਿ ਜਿਹੜੀਆਂ ਭਰਤੀਆਂ ਨੇ ਨਵੀਆਂ, ਥੋੜਾ ਅਸੀਂ ਲਾਈਵ ਰਿਕਾਰਡ ਕਰ ਲਾਂਗੇ, ਕਦੋਂ ਤੱਕ ਨਵੀਆਂ ਜਿਹੜੀਆਂ ਤੁਸੀਂ ਦੱਸ ਦੇ ਕੇ ਕਲੀਅਰ ਕਰ ਦਿਓ ਕਦੋਂ ਤੱਕ? ਮੈਨੂੰ ਤਾਂ ਜੇ ਇਹ 29 ਤਰੀਕ ਨੂੰ ਤੇ 2 ਦਸੰਬਰ ਨੂੰ ਹੀ ਅਲਾਉ ਕਰ ਦੇਣ, ਕਿਉਂਕਿ 8393 ਜਿਹੜੀ ਆ ਉਹਨਾਂ ਨੇ, ਕਿਉਂਕਿ ਅਸੀਂ 28 ਤਰੀਕ ਨੂੰ ਐਗਜ਼ਾਮ ਰੱਖਿਆ ਸੀ, ਉਹਨਾਂ ਨੇ 29 ਤਰੀਕ ਕੋਰਟ ਨੇ ਪਾਤੀ ਵੀ ਤੁਸੀਂ 29 ਤਰੀਕ ਤੱਕ ਹੋਲਡ ਕਰੋ। ਸੋ ਵੀ ਆਰ ਰੈਡੀ ਕਿ ਉਹਨਾਂ ਦੇ ਐਗਜ਼ਾਮ ਹੋ ਜਾਣ। ਅਸੀਂ ਵਿਦਿਨ 1 ਵੀਕ ਅਸੀਂ ਉਹਨਾਂ ਦੇ, ਕਿਉਂਕਿ ਅਸੀਂ ਸਾਰਾ ਕੁਝ ਉਹਦੇ ਵਿੱਚੋਂ ਜਿਹੜਾ ਇੰਟਰਵਿਊ ਵਾਲਾ ਪਾਰਟ ਆ ਉਹ ਬਿਲਕੁਲ ਕੱਢ ਦਿੱਤਾ। ਇਸ ਕਰਕੇ ਕੱਢਤਾ ਕਿ ਉਹਦੇ ਤੇ ਇਲਜ਼ਾਮ ਵੀ ਲੱਗਦੇ ਆ, ਕਾਊਂਟਰ ਐਲੀਗੇਸ਼ਨ ਲੱਗਦੇ ਆ, ਕਿਤੇ ਕੋਈ ਕਰਪਸ਼ਨ ਹੋ ਗਈ, ਕੋਈ ਕਿੰਨਾ ਕੁਝ ਹੋ ਗਿਆ। ਸੋ ਮੈਨੂੰ ਲੱਗਦਾ ਕਿ ਅਸੀਂ ਉਹ 10 ਦਸੰਬਰ ਤੱਕ ਜਿਹੜਾ ਉਹ ਸੋਲਵ ਕਰ ਲਾਂਗੇ। ਔਰ ਉਹਦੇ ਤੋਂ ਇਲਾਵਾ ਵੀ ਅਸੀਂ 15000 ਦੇ ਕਰੀਬ, ਕਿਉਂਕਿ 1180 ਇੱਕ ਹੈ ਤੇ ਲਗਭਗ 2.5 ਤੋਂ 3000, ਕਿਉਂਕਿ ਮੈਂ ਤਾਂ 31 ਮਾਰਚ 2022 ਤੱਕ ਦੀਆਂ ਜਿੰਨੀਆਂ ਵੀ ਸਾਡੀਆਂ ਵੈਕੈਂਸੀਜ਼ ਹੈ ਉਹ ਮੈਂ ਕੱਢ ਕੇ ਉਹ ਕੈਬਨਿਟ ਕੋਲ ਲੈ ਗਿਆ ਵੀ ਤਾਂ ਕਿ ਸਾਨੂੰ ਆ ਵੀ ਅਲਾਉ ਕਰੋ ਸਾਡਾ, ਤਾਂ ਕਿ ਕਿਸੇ ਕਿਸਮ ਦਾ ਵੀ ਜਿਹੜਾ ਇਹਦੇ ਵਿੱਚ ਬੈਕਲੌਗ ਨਾ ਰਹੇ। ਇਹ ਕਾਲਜਾਂ ਦੀ ਗੱਲ ਕਰ ਰਹੇ ਤੁਸੀਂ, ਸਕੂਲਾਂ ਦਾ ਕੀ? ਮੈਂ ਸਕੂਲਾਂ ਦੀ ਗੱਲ ਕਰ ਰਿਹਾ, ਕਾਲਜਾਂ ਦੀ ਜਿਹੜੀ ਇਹ 1100 ਲੈਕਚਰਰ ਦੀ 15 ਦਸੰਬਰ ਤੱਕ 8393 ਦੀ ਕਹਿੰਦੇ ਤੁਸੀਂ ਭਰਤੀ ਹੋਈ। ਮੈਂ ਤਾਂ ਕਹਿੰਦਾ ਜੇ ਮੈਨੂੰ 29 ਤਰੀਕ ਨੂੰ ਅਲਾਉ ਕਰ ਦੇਣਗੇ ਤਾਂ ਮੈਂ 10 12 ਦਸੰਬਰ ਤੱਕ। ਸਰ 26/11 ਦਾ ਅਟੈਕ ਹੋਇਆ ਸੀਗਾ, ਪਤਾ ਹੈ ਪਾਕਿਸਤਾਨ ਨੂੰ ਕਰਵਾਇਆ ਗਿਆ ਸੀ, ਇਹ ਸਾਬਤ ਹੋ ਗਿਆ। ਨਵਜੋਤ ਸਿੱਧੂ ਅੱਜ ਕੋਈ ਗੱਲ ਕਰ ਰਹੇ ਤੇ ਸਿੱਖੇ ਹਾਲੇ ਵੀ ਉਧਰ ਕਰਦੇ ਅਟੈਕ ਉਧਰੋਂ ਹੁੰਦੇ ਨੇ। ਮੈਂ ਤਾਂ ਸਮਝ ਗਿਆ ਤਾਂ 26/11 ਐਜੂਕੇਸ਼ਨ ਦੀ ਗੱਲ ਕਰ ਰਹੇ ਨਹੀਂ, ਸਵਾਲ ਹੈ ਕਰ ਲਿਓ। ਬਾਕੀ ਤਾਂ ਉਹਨਾਂ ਦਾ ਜਿਹੜਾ ਥੈਂਕ ਯੂ। ਜਿਹੜਾ ਵਿਅਕਤੀ ਉਹ ਕਹਿਣਾ ਹੈ ਕਿ 1000 ਰੁਪਏ ਪਰ ਮੰਥ ਲੈਣ ਵਾਲੀ ਪਹਿਲਾ ਸਵਾਲ ਹੈ ਉਹਦੇ ਬਾਰੇ ਕੈਮਰਾ ਚੈਕਿੰਗ